ਇਹ 3 रोज़ा प्रोग्राम ਮਲੇਰਕੋਟਲਾ ਦੀ ਪਵਿੱਤਰ ਧਰਤੀ ਉੱਤੇ ਪੰਜਾਬ ਉਰਦੂ ਅਕੈਡਮੀ ਵਿੱਚ ਲੱਗਿਆ ਹੋਇਆ ਹੈ। ਇਹ ਪ੍ਰੋਗਰਾਮ 25-26 ਮਾਰਚ ਨੂੰ ਪੰਜਾਬ ਉਰਦੂ ਅਕੈਡਮੀ ਵਿਖੇ ਚਲਾਇਆ ਜਾ ਰਿਹਾ ਹੈ ਅਤੇ 27 ਮਾਰਚ ਨੂੰ ਜ਼ਿਲ੍ਹਾ ਮਲੇਰਕੋਟਲਾ ਦੇ ਸਰਕਾਰੀ ਕਾਲਜ ਵਿੱਚ ਲਗਾਇਆ ਜਾ ਰਿਹਾ ਹੈ। 25 ਮਾਰਚ ਨੂੰ ਚੀਫ ਐਂਡ ਗੈਸਟ MLA ਮਲੇਰਕੋਟਲਾ ਅਤੇ 26 ਮਾਰਚ ਨੂੰ ਚੀਫ ਐਂਡ ਗੈਸਟ MLA ਅਮਰਗੜ੍ਹ ਨੂੰ ਬੁਲਾਇਆ ਗਿਆ, ਜਿਨ੍ਹਾਂ ਦਾ ਸਵਾਗਤ ਮਲੇਰਕੋਟਲਾ DC ਅਤੇ SSP ਵੱਲੋਂ ਕੀਤਾ ਗਿਆ, ਜਿਸ ਦੀਆਂ ਝਲਕਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਹਨ। ਉਹਨਾਂ ਤੋਂ ਬਾਅਦ ਤੁਹਾਨੂੰ MLA ਮਲੇਰਕੋਟਲਾ ਅਤੇ MLA ਅਮਰਗੜ੍ਹ ਦੇ ਵਿਚਾਰ ਸੁਣਾਵਾਂਗੇ। ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਲਾਈਕ, ਸਬਸਕ੍ਰਾਈਬ ਅਤੇ ਸ਼ੇਅਰ ਕਰੋ ਤਾਂ ਕਿ ਤੁਹਾਡੇ ਤੱਕ ਨਵੀਆਂ ਖਬਰਾਂ ਪਹੁੰਚਾਈਆਂ ਜਾ ਸਕਣ। ਰਿਪੋਰਟਿੰਗ ਦਿਲਦਾਰ ਹੁਸੈਨ, ਮਲੇਰਕੋਟਲਾ। हाँ बिल्कुल सब तो पहला तो यही मुबारकबाद दे मुस्तहिक न कि इन्होंने इन्ना वधिया मतलब भी ये सभ्याचारक मेले का अरेंजमेंट किया है, जिहदे मलेरकोटले दी सारियां हिस्टोरिकल और बाकी मनो के सभ्याचारक जिन्नियां भी पिक्चर्स न साडे रवि खड़े न, इन्होंने बहुत वधिया अंदाज च और बहुत ही अच्छियां पिक्चर्स जिहड़ियां न वो तैयार कीतियां हुई हैं। उन्होंने प्रदर्शनी लगाई है, वो मैं देखी है, देख के बहुत मन खुश होया कि साडा जो विरसा है उसनूं इन्हां ने अपने कैमरे च कैद किया। तो ये साडे मैडम DC साहब मुबारकबाद के मुस्तहिक न, और मैडम साडे आए न अज SSP साहब, ये तो वैसे भी मतलब भी बड़ा वधिया काम कर रहे हैं। और इन्होंने भी मैं क्या भी नशा के ताल्लुक नाल भी बड़ी प्लैंड वे नाल इन्होंने अपने खत्म करना है। जिस तरह का प्रोग्राम लिखा गया जी 3 दिन का मेला कि मतलब इदां दे प्रोग्राम लगातार होंदे रहने चाहिए ने। हाँ बिल्कुल ये साडा जिहड़ी साडी सभ्यता है, साडा कल्चर है,
ਉਸ ਨੂੰ ਜੇ ਅਸੀਂ ਬਚਾਉਣ ਦੇ ਲਈ ਜਾਂ ਨਵੀਂ ਜਿਹੜੀ ਸਾਡੀ ਜਨਰੇਸ਼ਨ ਹੈ ਉਹਨਾਂ ਤੱਕ ਨਹੀਂ ਪਹੁੰਚਾਵਾਂਗੇ ਤੇ ਉੱਥੇ ਫਿਰ ਅਸੀਂ ਸਮਝ ਲਓ ਵੀ ਕਸੂਰਵਾਰ ਹੋਵਾਂਗੇ। ਇੱਦਾਂ ਦੇ ਪ੍ਰੋਗਰਾਮ ਜਿਹੜੇ ਨਾ ਟਾਈਮ ਤੇ ਹੋਣੇ ਚਾਹੀਦੇ ਨੇ। ਜਿਵੇਂ ਤੁਸੀਂ ਨਸ਼ਿਆਂ ਦੀ ਗੱਲ ਕੀਤੀ ਹੈ, ਮੇਰੇ ਖਿਆਲ ਨਸ਼ਿਆਂ ਦੇ ਉੱਪਰ ਠੱਲ ਪਾਉਣ ਲਈ ਇਹ ਪ੍ਰੋਗਰਾਮ ਵੀ ਇੱਕ ਜ਼ਰੂਰੀ ਹੈ। ਹਾਂ ਬਿਲਕੁਲ ਖੇਡਾਂ ਹਨ, ਸੱਭਿਆਚਾਰਕ ਪ੍ਰੋਗਰਾਮ ਸਪੋਰਟਸ ਹਨ, ਯੂਥ ਨੂੰ ਇਸ ਪਾਸੇ ਨੂੰ ਅਸੀਂ ਲਾਉਣਾ ਹੈ ਤਾਂ ਕਿ ਮਤਲਬ ਵੀ ਉਹ ਨਸ਼ਿਆਂ ਤੋਂ ਉਹਨਾਂ ਨੂੰ ਸਰ ਇਤਿਹਾਸਿਕ ਤੌਰ ਖਤਮ ਹੋ ਰਹੇ ਨੇ, ਇਹਨਾਂ ਨੂੰ ਬਚਾਉਣ ਦੇ ਲਈ ਕੋਈ ਉਪਰਾਲਾ ਸਰਕਾਰ ਦੀ? ਹਾਂ, ਇਸ ਤਾਲੁਕ ਨਾਲ ਆਪਣੀ ਡੀਸੀ ਮੈਮ ਸਾਨੂੰ ਦੱਸਿਆ ਹੈ ਕਿ ਕਈ ਇਹਨਾਂ ਨੇ ਪਲੈਨਿੰਗ ਕੀਤੀਆਂ ਨਾ, ਉਹ ਪਲੈਨਿੰਗਸ ਦੇ ਮੁਤਾਬਕ ਪ੍ਰੋਜੈਕਟ ਕਈ ਆਪਣੇ ਇੱਥੇ ਉਹਨਾਂ ਨੂੰ ਪ੍ਰਜ਼ਰਵ ਕੀਤਾ ਜਾਏਗਾ। ਬਾਕੀ ਹੈਰੀਟੇਜ ਮੋਨੂਮੈਂਟਸ ਨੇ ਜੀ ਕੁਝ ਇਸ ਤਰ੍ਹਾਂ ਨਵਾਬ ਸ਼ੇਰ ਮੁਹੰਮਦ ਖਾਨ ਦਾ ਰੋਜ਼ਾ ਉਰੇ, ਜਾਂ ਆਪਾਂ ਕਿਲ੍ਹਾ ਰਹਿਮਤਗੜ੍ਹ ਦੀ ਗੱਲ ਕਰੀਏ ਜਾਂ ਮੁਬਾਰਕ ਮੰਜ਼ਿਲ ਹੈ, ਅਗਰ ਉਹਨੂੰ ਕਰੀਏ ਆਪਾਂ ਹਿਸਟੋਰੀਕਲ ਪਲੇਸ ਵੀ ਸਟੈਬਲਿਸ਼ ਹੋ ਸਕਦਾ। ਹਾਂ, ਉਹਨਾਂ ਦੀ ਰੈਨੋਵੇਸ਼ਨ ਲਈ ਵੀ ਡੀਸੀ ਸਾਹਿਬ ਨੇ ਪਲਾਨ ਕੀਤਾ ਹੈ, ਉਹ ਕਰਾਂਗੇ, ਸਾਰਾ ਕੁਝ ਹੋਏਗਾ। ਮੈਡਮ ਜੀ ਕੀ ਕਹਿਣਾ ਚਾਹੋਗੇ ਤੁਸੀਂ, ਕਿੰਨੀ ਕੁ ਇਹਦੇ ਪਿੱਛੇ ਮਿਹਨਤ ਹੋਈ ਹੈ ਔਰ ਕੀ ਮੋਟਿਵ ਸੀਗਾ, ਕਿਵੇਂ ਤੁਹਾਡੇ ਮਨ ਦੇ ਵਿੱਚ ਵਿਚਾਰ ਹੈ? ਮਨ ਦੇ ਵਿੱਚ ਵਿਚਾਰ ਤਾਂ ਹਮੇਸ਼ਾ ਮਲੇਰਕੋਟਲਾ ਦੇ ਸਾਰੇ ਸੈਕਸ਼ਨਸ ਆਫ ਸੁਸਾਇਟੀ ਵਾਸਤੇ ਹੋਰ ਅੱਛਾ ਕਰਕੇ, ਜਿਵੇਂ ਅੱਜ ਕੱਲ੍ਹ ਕਹਿ ਰਿਹਾ ਹੈਪੀਨੈਸ ਇੰਡੈਕਸ ਵਧਾ ਦਿੱਤਾ ਜਾਏ, ਠੀਕ ਹੈ, ਨਾਲ ਸਾਰੀਆਂ ਉਹ ਸਭ ਚੀਜ਼ਾਂ ਨੇ ਕਿ ਆਪਣੀ ਵਿਰਾਸਤ ਨਾਲ ਜੁੜੇ ਰਹੀਏ ਔਰ ਆਪਣੀ એનર્ਜੀ ਕ੍ਰੀਏਟਿਵ ਚੀਜ਼ਾਂ ਪਾਸੇ ਲਗਾਈਏ ਤਾਂ ਯੂਥ ਵੀ ਸਾਡਾ ਇਨਸਪਾਇਰ ਹੋਏ। ਔਰ ਨਾਲ ਜਿਸ ਤਰ੍ਹਾਂ MLA ਸਾਹਿਬ ਨੇ ਕਿਹਾ ਕਿ ਜਦੋਂ ਆਪਣੀ એનર્ਜੀ ਸਕਾਰਾਤਮਕ ਪਾਸੇ ਚੈਨਲਾਈਜ਼ ਹੁੰਦੀ ਹੈ ਤੇ ਫਿਰ ਜਿਹੜੀਆਂ ਨਕਾਰਾਤਮਕ ਫੋਰਸਿਸ ਹੈ ਉਹ ਆਪਣੇ ਆਪ ਉਹਨਾਂ ਤੇ ਠੱਲ ਪੈਣ ਲੱਗ ਜਾਂਦੀ ਹੈ। ਇਤਿਹਾਸਿਕ ਧਰੋਹਰਾਂ ਨੂੰ ਬਚਾਉਣ ਵਾਸਤੇ ਕੀ ਮੁਹਿੰਮ ਚੱਲਦੀ ਹੈ? ਦੇਖੋ ਇਸ ਤਰ੍ਹਾਂ ਹੈ ਕਿ ਉਹਨਾਂ ਵਿੱਚ ਕਈਆਂ, ਜਿਸ ਤਰ੍ਹਾਂ ਪਹਿਲੇ ਮੁਬਾਰਕ ਮੰਜ਼ਿਲ, ਤੁਹਾਨੂੰ ਪਤਾ ਹੈ ਕਿ ਜਦੋਂ ਮਲੇਰਕੋਟਲਾ ਜ਼ਿਲ੍ਹਾ ਬਣਿਆ ਸੀ ਉਦੋਂ ਹੀ ਇਹ ਅਨਾਉਂਸਮੈਂਟ ਹੋਈ ਸੀ ਔਰ ਬੇਗਮ ਸਾਹਿਬਾ ਦੀ ਰਿਕੁਐਸਟ ਸੀ, ਉਹਨਾਂ ਦੀ ਐਡਵਾਈਜ਼ਰੀ ਕਮੇਟੀ ਨੇ ਮੁੱਖ ਮੰਤਰੀ ਜੀ ਨੂੰ ਕਿਹਾ ਸੀ ਕਿ ਬਈ ਤੁਸੀਂ ਸਰਕਾਰ ਇਹਨੂੰ ਓਨ ਕਰ ਲੇ। ਸੋ ਉਸ ਬਾਰੇ ਕੈਬਨਿਟ 'ਚ ਮਤਾ ਪਾਸ ਹੋ ਗਿਆ ਸੀਗਾ, ਉਹਦੇ ਬਾਅਦ ਲੇਕਿਨ ਜ਼ਿਆਦਾ ਕਾਰਵਾਈ ਨਹੀਂ ਹੋਈ। ਸੋ ਮੇਰੇ ਆਉਣ ਦੇ ਬਾਅਦ ਵੈਲਕਮ ਜੀ, ਬਹੁਤ ਬਹੁਤ ਵੈਲਕਮ। ਸੌਰੀ ਤੁਸੀਂ ਥੋੜ੍ਹਾ ਜਿਹਾ ਮਿਸ ਕੀਤਾ, ਬਟ ਅਸੀਂ ਤੁਹਾਡੇ ਨਾਲ ਦੁਬਾਰਾ ਰਾਊਂਡ ਲਾਂਗੇ। ਸੌਰੀ। ਓਕੇ, ਸੋ ਅਸੀਂ ਜਿਹੜਾ ਆਗਾ ਖਾਂ ਫਾਊਂਡੇਸ਼ਨ ਹੈ, ਜਿਨ੍ਹਾਂ ਨੇ ਕਿ ਹਿਸਟੋਰੀਕਲ ਇਮਾਰਤਾਂ ਨੂੰ ਬਿਲਕੁਲ ਉਹਨਾਂ ਦੀ ਅਸਲੀ ਦਿੱਖ ਦੇ ਹਿਸਾਬ ਨਾਲ ਪ੍ਰੀਜ਼ਰਵ ਕਰ ਸਕਦੇ ਆ, ਅਸੀਂ ਉਹਨਾਂ ਨਾਲ ਕੰਟੈਕਟ ਕੀਤਾ। ਪੰਜਾਬ ਦੇ ਸਾਡੇ ਜਿਹੜੇ ਟੂਰਿਜ਼ਮ ਐਂਡ ਕਲਚਰ ਅਫੇਅਰਸ ਹੈ ਉੱਥੇ ਗੱਲਬਾਤ ਕੀਤੀ, ਬਟ ਜਿਵੇਂ ਕਿ ਹਲੇ ਟ੍ਰਾਂਜੀਸ਼ਨ ਦਾ ਸਮਾਂ ਸੀ, ਸਾਨੂੰ ਸਰਕਾਰ ਵਾਲੇ ਇਦਾਰੇ ਤੋਂ ਹੁਣ ਮੇਰਾ ਖਿਆਲ ਚੰਗਾ ਹੁੰਗਾਰਾ ਮਿਲੇਗਾ ਔਰ ਅਸੀਂ ਆਪਣੇ ਵੱਲੋਂ ਜਿਹੜੀ ਹੈ ਮੁਬਾਰਕ ਮੰਜ਼ਿਲ ਤੇ ਜੋ ਸਰਕਾਰ ਨੇ ਵਾਅਦਾ ਕੀਤਾ ਹੋਇਆ ਕਿ ਉਹਨੂੰ ਪ੍ਰੀਜ਼ਰਵ ਕੀਤਾ ਜਾਏਗਾ ਔਰ ਉੱਥੇ ਕਈ ਹੋਰ ਆਪਣੇ ਮਿਊਜ਼ੀਅਮ ਬਣਾਇਆ ਜਾਏਗਾ ਵਗੈਰਾ, ਇਸ ਤਰ੍ਹਾਂ ਦੀਆਂ ਚੀਜ਼ਾਂ। ਸਿਮਿਲਰਲੀ ਰਹਿਮਤਗੜ੍ਹ ਫੋਰਟ ਮੇਰਾ ਖਿਆਲ ਇੱਕ ਇੰਟਰਨੈਸ਼ਨਲ ਲੈਵਲ ਦਾ ਇਵੈਂਟ ਵਾਲੀ ਜਗ੍ਹਾ ਹੋ ਸਕਦੀ ਹੈ, ਉਹ ਡਿਫੈਂਸ ਦੇ ਕੋਲ ਹੈ। ਸੋ ਉਹਦੇ ਬਾਰੇ ਵੀ ਅਸੀਂ ਸਾਰਾ ਬੈਕਗਰਾਊਂਡ ਵਰਕ ਸਾਰਾ ਅਸੀਂ ਕਰ ਲਿਆ ਔਰ ਆਉਣ ਵਾਲੇ ਸਮਾਂ 'ਚ ਇਨਸ਼ਾਅੱਲਾ ਅਸੀਂ ਸਾਰੇ ਪਾਸੇ ਥੋੜ੍ਹਾ ਜ਼ਰੂਰ ਤਰੱਕੀ ਹੋਏਗੀ ਔਰ ਆਉਣ ਵਾਲੇ ਸਮੇਂ 'ਚ MLA ਸਾਹਿਬ ਦੇ ਸਹਿਯੋਗ ਨਾਲ ਅਸੀਂ ਕਾਫੀ ਕੁਝ ਕਰ ਪਾਵਾਂਗੇ। ਮੈਡਮ ਜਿੱਦਾਂ ਦਾ ਇਹ ਪ੍ਰੋਗਰਾਮ ਤੁਸੀਂ ਉਹ ਲਿਖਿਆ 3 ਦਿਨ ਦਾ ਸੱਭਿਆਚਾਰਕ ਮੇਲਾ, ਰਵਿੰਦਰ ਰਵੀ ਜੀ ਜਿਨ੍ਹਾਂ ਨੇ ਐਗਜ਼ੀਬਿਸ਼ਨ ਵਗੈਰਾ ਮਿਹਨਤ ਕੀਤੀ, ਤਾਂ ਇਦਾਂ ਦੇ ਹੋਰ ਬਹੁਤ ਸਾਰੇ ਲੋਕ ਆਉਣਗੇ ਇਹਨਾਂ ਨੂੰ ਨਾਲ ਲੈ ਕੇ ਤੁਸੀਂ ਉਪਰਾਲਾ ਕੀਤਾ, ਮਤਲਬ ਕਿੱਥੋਂ ਇਹਨਾਂ ਬੰਦਿਆਂ ਨੂੰ ਤੁਸੀਂ ਮਿਲੇ, ਕਿੱਦਾਂ ਕੀ ਕੀਤਾ? ਮੇਰੀ ਸਾਰੀ ਉਮਰ ਆਪਣੇ ਆਪ ਨੂੰ ਇਸੇ ਤਰ੍ਹਾਂ ਹੀ ਤਿਆਰ ਕਰਨ 'ਚ ਗੁਜ਼ਰੀ ਹੈ। ਮੈਨੂੰ ਖੁਦ ਇੰਟਰਸਟ ਹੈ ਆਰਟ ਕਲਚਰ। ਮੈਨੂੰ ਜਦੋਂ ਹੀ ਪਤਾ ਲੱਗਿਆ ਕਿ ਰਵੀ ਸਾਹਿਬ ਨੇ ਇੱਥੇ ਐਗਜ਼ੀਬਿਸ਼ਨ ਕੀਤੀ ਹੈ, ਅਸੀਂ ਇਹਨਾਂ ਨਾਲ ਰਾਬਤਾ ਕਾਇਮ ਕੀਤਾ ਔਰ ਅਸੀਂ ਇਹਨਾਂ ਨੂੰ ਕਿਹਾ ਕਿ ਬਹੁਤ ਹੀ ਵਧੀਆ ਹੋਏਗਾ ਕਿ ਸਾਡੇ ਸਾਰੇ ਸ਼ਹਿਰ ਦੇ ਲੋਕ ਤੁਹਾਡੀ ਇਸ ਕਲਾ ਨੂੰ ਦੇਖਣ। ਸੋ ਇਹਨਾਂ ਨੇ ਵੀ ਬਿਲਕੁਲ ਉਸ 'ਚ ਬਹੁਤ ਇਹਨਾਂ ਨੂੰ ਖੁਸ਼ੀ ਹੋਈ। ਪੰਜਾਬ ਕਲਾ ਪਰਿਸ਼ਦ ਜਿਹੜੀ ਹੈ ਉਹਨਾਂ ਨੇ ਇਹਨੂੰ ਸਪੋਂਸਰ ਕਰ ਦਿੱਤਾ, ਕਿਉਂਕਿ ਸਾਡੇ ਕੋਲ ਆਫਕੋਰਸ ਜਿਹੜੇ ਅਖਰਾਜਾਤ ਦੀ ਤਾਂ ਕਮੀ ਹੈ ਹੀ, ਲੇਕਿਨ ਦਾਨੀ ਸੱਜਣ ਬਹੁਤ ਨਾਲ ਹੋਰ ਜੁੜ ਰਹੇ ਨੇ ਤੇ ਸਾਨੂੰ ਜਿੰਨੀ ਵੀ ਸਹਿਯੋਗ ਦੀ ਲੋੜ ਹੈ ਸਭ ਵੱਲੋਂ ਸਹਿਯੋਗ ਮਿਲ ਰਹੀ ਹੈ। ਅੱਛਾ, ਜਿਹੜਾ ਇਹ 3 ਦਿਨ ਦਾ ਪ੍ਰੋਗਰਾਮ ਹੈ ਇਹ 'ਚ ਤੁਸੀਂ ਅਲੱਗ-ਅਲੱਗ ਸੈਸ਼ਨ ਵੀ ਰੱਖੇ ਨੇ? ਹਾਂਜੀ, ਲੋਕਾਂ ਲਈ ਖੁੱਲਾ ਸੱਦਾ ਜਦੋਂ ਮਰਜ਼ੀ? ਬਿਲਕੁਲ, ਲੋਕਾਂ ਵਾਸਤੇ ਖੁੱਲਾ ਸੱਦਾ ਹੈ ਔਰ ਇਹ ਅਸੀਂ ਪਹਿਲੇ ਜਿਹੜਾ ਕਰ ਰਹੇ ਹਾਂ। ਬਹੁਤ ਲੋਕ ਕਹਿ ਰਹੇ ਨੇ, ਪੱਤਰਕਾਰ ਸੱਜਣ ਵੀ, ਕਿ ਸ਼ਾਇਦ ਜਗ੍ਹਾ ਘੱਟ ਪਏਗੀ, ਤੇ ਮੈਂ ਆਸ ਕਰਨੀ ਹਾਂ ਕਿ ਜਗ੍ਹਾ ਘੱਟ ਹੀ ਪਏ ਔਰ ਫਿਰ ਅਸੀਂ ਅੱਗੇ ਤੋਂ ਹੋਰ ਵੱਡੇ ਲੈਵਲ ਤੇ ਕਰੀਏ। ਪਰ ਜਿਹੜਾ ਤੀਜੇ ਦਿਨ ਦਾ ਆਪਣਾ ਪ੍ਰੋਗਰਾਮ ਹੈ ਜਿਹਦੇ ਵਿੱਚ ਅਸੀਂ ਲੋਕਲ ਟੈਲੈਂਟ ਨੂੰ ਸ਼ੋਕੇਸ ਕਰ ਰਹੇ ਹਾਂ ਔਰ ਸ਼ਾਮ ਨੂੰ ਉੱਥੇ ਮਤਲਬ ਇਹ ਸਾਰੇ ਪ੍ਰੋਗਰਾਮ ਦਾ ਲਾਸਟ ਫੰਕਸ਼ਨ ਕਵਾਲੀ ਹੈ, ਉਹ ਅਸੀਂ ਗਵਰਨਮੈਂਟ ਕਾਲਜ 'ਚ ਰੱਖਿਆ ਜਿੱਥੇ ਕਾਫੀ ਜ਼ਿਆਦਾ ਖੁੱਲੀ ਜਗ੍ਹਾ ਹੈ। ਥੈਂਕ ਯੂ ਸਰ। ਪੂਰੀ ਡਿਟੇਲ ਅੱਜ ਦੀ ਐਗਜ਼ੀਬਿਸ਼ਨ ਬਾਰੇ ਔਰ ਜੋ ਕੰਮ ਕੀਤਾ ਮਲੇਰਕੋਟਲੇ ਵਾਸਤੇ ਤੁਸੀਂ ਉਹਦੇ ਬਾਰੇ ਡਿਟੇਲ ਦਿਓ। ਡਿਟੇਲ ਇਹ ਗੱਲ 2018 ਦੀ ਹੈ। ਮੈਡਮ ਖੜੇ ਨੇ ਰਵੀਨਾ ਸ਼ਬਨਮ ਜੀ, ਤੇ ਇਹਨਾਂ ਨੇ ਕੋਈ ਉੱਥੇ ਚੰਡੀਗੜ੍ਹ ਆਪਣਾ ਇੱਕ ਦਿਨ ਦਾ ਮਲੇਰਕੋਟਲਾ ਉਤਸਵ ਸੀ ਤੇ ਉਹਦੇ ਲਈ ਫੋਟੋਗ੍ਰਾਫੀ ਲਈ ਕਿਹਾ,
ਤੇ ਮੈਨੂੰ ਲੱਗਾ ਵੀ ਮੈਂ ਹੁਣ ਲੁਧਿਆਣੇ ਤੋਂ ਉੱਠ ਕੇ ਇੱਥੇ ਆਉਂਗਾ, ਪਰ ਮੈਨੂੰ ਸ਼ੌਕ ਸੀਗਾ ਤੇ ਮੈਂ ਕਾਫੀ ਟਾਈਮ ਘੱਟੋ ਘੱਟ ਮੈਨੂੰ 7-8 ਗੇੜੇ ਲੱਗੇ। ਇਹਨਾਂ ਦੇ ਸ਼ੌਹਰ ਵਕੀਲ ਸਾਹਿਬ ਉਹਨਾਂ ਨੇ ਮੇਰੇ ਨਾਲ ਸਾਰੀ ਫੋਟੋਗ੍ਰਾਫੀ ਕਰਾਈ ਤੇ ਉਹ ਫੋਟੋਗ੍ਰਾਫੀ ਦੇ ਦੌਰਾਨ ਹੀ ਉਹ ਸਾਡੇ ਤੋਂ ਵਿਛੜ ਗਏ। ਤੇ ਜਿੱਦਣ ਫੋਟੋਗ੍ਰਾਫੀ ਕਰਾ ਰਹੇ ਸੀਗੇ ਉਦੋਂ ਦੀਆਂ ਤਸਵੀਰਾਂ ਵੀ ਨੇ ਉਹਨਾਂ ਦੇ ਵਿੱਚ ਇਹਨਾਂ ਦੇ। ਮੈਂ ਇਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੈਨੂੰ ਕਿਹਾ ਤੇ ਮੇਰਾ ਨਾਮ ਮਲੇਰਕੋਟਲੇ ਨਾਲ ਜੁੜਿਆ। ਰਫੀ ਸਾਹਿਬ ਵੀ ਨਾਲ ਖੜੇ ਨੇ, ਇਹਨਾਂ ਦੇ ਨਾਲ ਵੀ ਫੋਟੋਗ੍ਰਾਫੀ ਕੀਤੀ, ਸਾਰੇ ਸ਼ਹਿਰ ਦੀ ਇਹਨਾਂ ਨੇ ਵੀ ਦੱਸਿਆ ਤੇ ਬਾਕੀ ਇਹ ਰਲ ਮਿਲ ਕੇ ਹੀ ਸਾਰਾ ਕੰਮ ਹੋਇਆ। ਮੇਰਾ ਸ਼ੌਕ ਮੈਨੂੰ ਮਲੇਰਕੋਟਲੇ ਦੇ ਨਾਲ ਜੋੜ ਗਿਆ। ਬਾਕੀ ਜੋ ਮੈਸੇਜ ਹੈ ਬੜਾ ਸਿੰਬੋਲਿਕ ਦੇਖ ਰਹੇ ਪਿਕਚਰ ਤੁਸੀਂ ਖਿੱਚੀਆਂ ਹੈ, ਹਾਂਜੀ। ਅੱਛੀਆਂ ਪਿਕਚਰ ਖਿੱਚੀਆਂ ਜੀ ਜੀ। ਕਿਸ ਤਰ੍ਹਾਂ ਤੁਹਾਨੂੰ ਖੁਦ ਕਿਵੇਂ ਫੀਲ ਹੋਇਆ ਜਦੋਂ ਫੋਟੋਗ੍ਰਾਫੀ ਕਰ ਰਹੇ ਸੀ? ਹਾਂਜੀ, ਮੈਨੂੰ ਇਹ ਲੱਗ ਰਿਹਾ ਮੈਨੂੰ ਸ਼ੌਕ ਹੈ ਨੇਚਰ ਦਾ ਵੀ ਹੈ, ਫੋਟੋਗ੍ਰਾਫੀ ਦਾ, ਆਪਣਾ ਸੱਭਿਆਚਾਰ ਨਾਲ ਕੋਈ ਵੀ ਚੀਜ਼ ਹੋਵੇ ਜਿਹੜੀ ਬੰਦੇ ਨੂੰ ਅਟਰੈਕਟ ਕਰਦੀ ਆ, ਮੈਨੂੰ ਉਹ ਫੋਟੋ ਖਿੱਚਣ ਦਾ ਸ਼ੌਕ ਹੈ। ਤੇ ਇਹ ਤਾਂ ਖੈਰ ਹੈ ਹੀ ਇੱਕ ਇਤਿਹਾਸਕ ਸੀਗੀਆਂ ਤੇ ਕਰਦੇ ਕਾਫੀ ਟਾਈਮ ਲੱਗਿਆ ਮੈਨੂੰ ਇਹ ਚੀਜ਼ਾਂ ਖਿੱਚਣ ਲਈ। ਕੋਈ ਇੱਕ ਤਾਂ ਹੁੰਦਾ ਵੀ ਬੰਦਾ ਆਇਆ ਤੇ ਖਿੱਚ ਕੇ ਲੈ ਗਿਆ ਇੱਕ ਦਿਨ ਦੇ ਵਿੱਚ, ਪਰ ਇੱਕ ਦਿਨ ਦਾ ਕੰਮ ਨਹੀਂ ਸੀਗਾ ਇਹ। ਘੱਟੋ ਘੱਟ ਮੈਂ 3-4 ਮਹੀਨੇ ਮੈਂ ਇਹਦੇ ਵਿੱਚ ਰਿਹਾ ਤੇ ਉਸ ਤੋਂ ਬਾਅਦ ਹਾਲੇ ਵੀ ਹੈ ਮਲੇਰਕੋਟਲੇ ਦੇ ਵਿੱਚ ਹਾਲੇ ਵੀ ਜੋ ਵੀ ਚੀਜ਼ ਮਿਲਦੀ ਆ, ਕੋਈ ਲੋਕੀ ਕਹਿੰਦੇ ਆ ਵੀ ਉੱਥੇ ਆਹ ਚੀਜ਼ ਆ ਤੇ ਉਹ ਵੀ ਐਡ ਕਰੀ ਜਾਂਦੇ ਆ ਨਾਲ ਦੀ ਨਾਲ, ਉਹ ਵੱਡਾ ਕਲੈਕਸ਼ਨ ਬਣ ਜਾਏਗੀ ਜੀ। ਥੈਂਕ ਯੂ ਸਰ। ਐਗਜ਼ੀਬਿਸ਼ਨਸ ਦੇ ਵਿੱਚ ਤੁਸੀਂ ਫੋਟੋ ਦੇਖਿਆ ਨੇ, ਸਰ ਨੇ ਕਿਹਾ ਕਿ ਤੁਸੀਂ ਵੀ ਸਾਥ ਦਿੱਤਾ ਹੈ, ਕੀ ਕਹੋਗੇ? ਦੇਖੋ ਇਹ ਜਿਹੜਾ ਹੈਗਾ ਸੀ ਇਹ ਮਰਹੂਮ ਆਪਣੇ ਸਲੀਮ ਖਿਲਜੀ ਜੀ ਇਹਨਾਂ ਦੇ ਮਤਲਬ ਹਸਬੈਂਡ, ਉਹਨਾਂ ਦਾ ਇਹ ਉਪਰਾਲਾ ਸੀ ਮਲੇਰਕੋਟਲੇ ਨੂੰ ਮੰਜ਼ਰ ਆਮ 'ਤੇ ਲਿਆਉਣ ਦਾ। ਤੇ ਇਹ ਉਪਰਾਲਾ ਜਿਹੜਾ ਸੀਗਾ ਇਹ ਕਾਮਯਾਬ ਹੋਇਆ ਕਿਉਂਕਿ ਮੇਰੇ ਖਿਆਲ ਸੁਰਜੀਤ ਪਾਤਰ ਤੇ ਇਸ ਤੋਂ ਇਲਾਵਾ ਮੈਡਮ ਰਬੀਨਾ ਸ਼ਬਨਮ ਨੇ ਚੰਡੀਗੜ੍ਹ ਜਿਹੜਾ ਸੀਗਾ ਇੱਕ ਫੰਕਸ਼ਨ ਕੀਤਾ ਸੀ ਤੇ ਉਹਦੇ ਵਿੱਚ ਫਿਰ ਮੈਡਮ ਰਬੀਨਾ ਸ਼ਬਨਮ ਦੀ ਰਿਕੁਐਸਟ 'ਤੇ ਇਹ ਜਿਹੜੀ ਐਗਜ਼ੀਬਿਸ਼ਨ ਹੈਗੀ ਹੈ ਇਹ ਚੰਡੀਗੜ੍ਹ ਵਿਖੇ ਲਗਾਈ ਸੀ ਤੇ ਉੱਥੇ ਕਾਫੀ ਰਿਸਪੌਂਸ ਮਿਲਿਆ। ਔਰ ਦੂਜੀ ਗੱਲ ਇਹ ਹੈ ਨਾ ਸਿਰਫ ਰਿਸਪੌਂਸ ਮਿਲਿਆ ਬਲਕਿ ਰਵੀ ਜੀ ਨੂੰ ਇਹ ਗੱਲ ਕਹੀ ਵੀ ਤੁਸੀਂ ਪਟਿਆਲੇ ਨੂੰ ਕੈਚ ਕਰੋ, ਜਲੰਧਰ ਨੂੰ ਕੈਚ ਕਰੋ, ਅੰਮ੍ਰਿਤਸਰ ਨੂੰ ਕੈਚ ਕਰੋ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਹੁਣ ਇੱਥੇ ਕੁਝ ਫੋਟੋਗ੍ਰਾਫਸ ਇੱਦਾਂ ਦੇ ਨੇ, ਕਈਆਂ ਦੀ ਇਹਦੇ ਵਿੱਚ ਐਸੇ ਲੋਕ ਵੀ ਨੇ ਜਿਹੜੇ ਕਈਆਂ ਦੀ ਮਤਲਬ ਡੈਥ ਹੋ ਚੁੱਕੀ ਹੈ। ਇਸ ਤੋਂ ਇਲਾਵਾ ਐਸੀਆਂ ਬਿਲਡਿੰਗ ਵੀ ਨੇ ਜਿਹੜੀਆਂ ਹੁਣ ਅਲੋਪ ਹੋ ਚੁੱਕੀਆਂ, ਜਿਹੜੀਆਂ ਦੁਬਾਰਾ ਜਿਹੜੀਆਂ ਨੇ ਮੰਜ਼ਰ ਆਮ 'ਤੇ ਨਹੀਂ ਆਉਣੀਆਂ। ਜਿਵੇਂ ਮੇਰੇ ਖਿਆਲ ਕਮਲ ਸਿਨੇਮਾ ਰੋਡ 'ਤੇ ਕਮਲ ਸਿਨੇਮਾ ਜਿਹੜੀ ਸੀਗੀ ਦੈਟ ਵਾਜ਼ ਹਿਸਟੋਰੀਕਲ ਬਿਲਡਿੰਗ ਸੀਗੀ ਤੇ ਉਹ ਰਹਿਣਗੇ। ਤੇ ਹੋਰ ਜਿੰਨੀਆਂ ਵੀ ਚੀਜ਼ਾਂ ਜਿਹੜੀਆਂ ਨੇ ਮਲੇਰਕੋਟਲੇ ਦੇ ਵਿੱਚ, ਕਿਉਂਕਿ ਮਲੇਰਕੋਟਲਾ ਹੁਣ ਡਿਸਟ੍ਰਿਕਟ ਬਣ ਚੁੱਕਿਆ, ਇਸ ਕਰਕੇ ਜੋ ਚੀਜ਼ਾਂ ਹਾਈਲਾਈਟਿੰਗ ਦੀ ਲੋੜ ਹੈ ਅਸੀਂ ਉਮੀਦ ਕਰਦੇ ਹਾਂ ਮੈਡਮ ਰਬੀਨਾ ਸ਼ਬਨਮ ਤੋਂ ਵੀ ਉਮੀਦ ਕਰਦੇ ਹਾਂ ਤੇ ਰਵੀ ਜੀ ਤੋਂ ਵੀ ਉਮੀਦ ਕਰਦੇ ਹਾਂ ਕਿ ਇਹਨੂੰ ਮਲੇਰਕੋਟਲੇ ਨੂੰ ਹੋਰ ਹਾਈਲਾਈਟ ਕਰਨਗੇ। ਮੈਮ ਖਿਲਜੀ ਸਰ ਦੀਆਂ ਯਾਦਾਂ ਨਾਲ ਜੁੜੀਆਂ ਹੋਈਆਂ ਨੇ, ਰਵੀ ਸਰ ਨੇ ਕਿਹਾ ਹੈ, ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ? ਹਾਂ, ਮੇਰੀ ਇਹਨਾਂ ਤਸਵੀਰਾਂ ਨਾਲ ਬੜੀ ਜਜ਼ਬਾਤੀ ਜੀ ਸਾਂਝ ਹੈ ਇੱਕ ਤਰ੍ਹਾਂ ਨਾਲ ਪਈ ਹੋਈ ਤੇ ਮੈਂ ਪਾਤਰ ਸਾਹਿਬ ਨੂੰ ਕਿਹਾ ਕਿ ਮਲੇਰਕੋਟਲੇ ਬਾਰੇ ਕੁਝ ਪ੍ਰੋਗਰਾਮ ਕਰਦੇ ਹਾਂ। ਉਹਨਾਂ ਦਾ ਬੜੀ ਖੁੱਲ੍ਹ ਦਿਲੀ ਨਾਲ ਉਹਨਾਂ ਨੇ ਮਲੇਰਕੋਟਲਾ ਹੈਰੀਟੇਜ ਫੈਸਟੀਵਲ ਦਾ ਆਯੋਜਨ ਕੀਤਾ, ਉਸ ਮੌਕੇ ਪਰ ਇਹ ਤਸਵੀਰਾਂ ਖਿੱਚੀਆਂ ਗਈਆਂ ਤੇ ਇੱਥੇ ਹੀ ਵਸਣੀ ਅਸੀਂ ਇਨਸ਼ਾਅੱਲਾ ਉਹਨਾਂ ਨੂੰ ਕਹਿ ਕੇ ਸੁਰਜੀਤ ਪਾਤਰ ਸਾਹਿਬ ਨਾਲ ਗੱਲਬਾਤ ਕਰਕੇ ਇਹਨਾਂ ਨੂੰ ਕਾਫੀ ਟੇਬਲ ਬੁੱਕ ਦੀ ਸ਼ਕਲ ਦੇ ਵਿੱਚ ਲੈ ਕੇ ਆਵਾਂਗੇ ਤਾਂ ਕਿ ਇਹ ਹਮੇਸ਼ਾ ਵਾਸਤੇ ਸਾਂਭੀਆਂ ਜਾਣ। ਔਰ ਉਹਨਾਂ ਦੇ ਨਾਲ ਹਰ ਇੱਕ ਤਸਵੀਰ ਦੇ ਨਾਲ ਕੁਝ ਕੈਪਸ਼ਨ ਲਿਖਾਂਗੇ ਉਹਦੇ ਬਾਰੇ ਜਿਹੜੀ ਉਹਨੂੰ ਆਇਡੈਂਟੀਫਾਈ ਕਰੇਗੀ। ਜ਼ਿਲ੍ਹਾ ਮਲੇਰਕੋਟਲਾ ਦੇ ਸਾਡੇ ਡਿਪਟੀ ਕਮਿਸ਼ਨਰ ਸਾਹਿਬਾ, ਸਾਡੇ ਜ਼ਿਲ੍ਹੇ ਦੇ ਐਸਐਸਪੀ ਸਾਹਿਬਾ ਔਰ ਸਾਡੇ ਮਲੇਰਕੋਟਲਾ ਸ਼ਹਿਰ ਦੇ ਸਾਬਕਾ ਨਗਰ ਕੌਂਸਲ ਦੇ ਪ੍ਰਧਾਨ ਸਾਹਿਬਾਨ ਡਾਕਟਰ ਮਨਮੋਹਨ ਸਿੰਘ ਜੀ, ਐਡਵੋਕੇਟ ਸਲੀਮ ਸਾਹਿਬ, शहर दियां मुअज़्ज़ज़ शख्सियतां और मेरे प्यारे बच्चों और बच्चियों, अस्सलाम वालेकुम, वाहिगुरू जी का खालसा, वाहिगुरू जी की फतेह, नमस्कार। अज असी मलेरकोटला दी उस सरजमीन ते जिसनूं गुरु गोबिंद सिंह जी का आशीर्वाद प्राप्त है, जिस दे बारे गुरु गोबिंद सिंह जी ने फरमाया सी कि तेरियां बेलां हरियां रहन, उस पवित्र धरती ते 3 रोज़ा कल्चरल फेस्टिवल मनाउण जा रहे हैं। उसका पहला सैशन जिहड़ा है उसका आगाज होया है। ਇਹੋ ਜਿਹੇ
ਫੰਕਸ਼ਨਸ ਜਿਹੜੇ ਨਾ, ਇਹੋ ਜਿਹੇ ਮੇਲੇ ਜਿਹੜੇ ਨਾ, ਇਹੋ ਜਿਹੇ ਪ੍ਰੋਗਰਾਮਸ ਜਿਹੜੇ ਨਾ, ਉਹ ਸਾਡੀ ਸਭਿਅਤਾ ਨੂੰ, ਸਾਡੀ ਗੰਗਾ ਜਮਨੀ ਤਹਿਜ਼ੀਬ ਨੂੰ बढ़ावा देने च बहुत अहम रोल अदा करते हैं। वो कौमां हमेशा तरक्की करदियां जिहड़ियां अपने विरसे नूं, अपने कल्चर नूं, अपनी सभ्यता नूं संभाल के रखदियां और उस नूं बरकरार रखदियां, उस नूं होर अगे वधांदियां। इस मौके ते मैं साडी डिस्ट्रिक्ट एडमिनिस्ट्रेशन नूं मुबारकबाद देंगा, खास तौर पर साडे मैडम DC साहिबा नूं कि जिन्हां ने इन्ने वधिया ढंग सिर इस मेले नूं ऑर्गेनाइज कराया। ज्यादा छोड़ जाओ अपनी यादों के नकूश, ज्यादा थां ते ज्यादा छोड़ जाओ अपनी यादों के नकूश, आने वाले काफिलों के रहनुमा बनकर चलो। मैं समझदा हाँ कि जिथे मलेरकोटला पॉलिटिकल एंगल तो एक अहम मुकाम रखता है, मलेरकोटला एक रूहानियत का भी गढ़ है। इत्थे सारे धर्मां दे लोग मिलजुल के रहंदे ने। रियासत के समय भी मलेरकोटले के अंदर साडे जिन्ने भी नवाब होए ने, उन्होंने इत्थे दे आपसी भाईचारे नूं तरजीही बुनियाद ते कायम रखिया और रियासत तो बाद भी मलेरकोटले दे भाईचारे दीयां मिसालां पूरे हिंदुस्तान दे विच दित्तियां जांदियां रहियां। इत्थे दी अमन और आशती नूं भी पूरे मुल्क दे विच सराहाया जांदा रहा। अज भी साडी सारिਆਂ ਦੀ ही कोशिश होनी चाहिए है कि असीं मलेरकोटले की धरती ते सारे धर्मां दे, सारे जातियां दे लोकां च प्यार वंडिए, मुहब्बत दीयां फजावां चलन और आपसी भाईचारा साडा मजबूत होवे, एक दूसरे दे दुख सुख दे सांझी बनीए और एक दूसरे दी सहायता लई अगे वधीए। मजलूम बेसहारा दर्दमंदां दे कम आउणा ही सब तो बड़ा इंसानियत का कर्तव्य है। तमन्ना है कि इस दुनिया में कोई काम कर जाऊं, तमन्ना है कि इस दुनिया में कोई काम कर जाऊं, अगर कुछ हो सके तो खिदमत इंसान कर जाऊं। तो इंसानियत की खिदमत ही सब तो बड़ी खिदमत है। इंसानियत के भले लई, सरबत के भले लई सानू हमेशा एक दूसरे का साथ देना चाहिए है। और कुरान पाक च भी यह गल सारे संसार के लोगों को मुखातिब करके कही गई है कि तावनु अलल बिर्रि वत तक़वा वला तावनु अलल इस्मि वल उद्वान वत्तकुल्लाह इन्नल्लाह शदीदुल इक़ाब। नेकी दे, भलाई दे, अच्छाई दे, चंगियाई दे कम्मां च एक दूसरे की सहायता करो और बुराई दे कम्मां च किसी का साथ न दियो। रब तो डरो क्योंकि उसकी पकड़ बड़ी सख्त है। असीं हमेशा चंगा सोचिए दूसरे प्रति, समाज प्रति, पड़ोसियों प्रति, क्योंकि पड़ोस तो ही सारा काम स्टार्ट होता है। क्या जानिए किस हाल में है मेरा पड़ोसी, कल से जो मेरे घर में कोई पत्थर नहीं आया। साडी सोच ये होनी चाहिए है कि अपनी पड़ोसी की खैरियत भालीए। इस करके चंगे समाज की जे असीं सिरजना चाहुंदे हां
ਜੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਸੱਭਿਅਕ ਬਣੀਏ, ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਕਲਚਰ ਜਿਹੜਾ ਹੈ ਮਜ਼ਬੂਤ ਹੋਵੇ, ਸਾਡਾ ਵਿਰਸਾ ਜਿਹੜਾ ਹੈ ਉਹ ਸ਼ਾਨਦਾਰ ਹੋਵੇ, ਤੇ ਇਹਦੇ ਲਈ ਸਾਨੂੰ ਸਭ ਤੋਂ ਪਹਿਲਾਂ ਆਪਣੇ ਜਜ਼ਬਾਤ ਤੇ ਆਪਣੇ ਨਫਸ ਤੇ ਕੰਟਰੋਲ ਕਰਨ ਦੀ ਲੋੜ ਹੈ ਔਰ ਆਪਣੇ ਅੰਦਰੋਂ ਲਾਲਚ ਔਰ ਉਹ ਸਾਰੀਆਂ ਜਿੰਨੀਆਂ ਵੀ ਹਸਦ ਹੈ, ਬੁਗਜ਼ ਹੈ, ਜਲਨ ਹੈ ਔਰ ਦੂਸਰਿਆਂ ਪ੍ਰਤੀ ਮਨ ਦੇ ਵਿੱਚ ਘਿਰਨਾ ਹੈ, ਇਹ ਸਾਰੀਆਂ ਚੀਜ਼ਾਂ ਨੂੰ ਕੱਢਣਾ ਹੋਏਗਾ ਔਰ ਮਨ ਨੂੰ ਸ਼ੀਸ਼ਾ ਬਣਾ ਕੇ ਅੱਗੇ ਵਧਣ ਦੀ ਲੋੜ ਹੈ। हो गए ना बरहम क्यों कहा ना था मैंने, हो गए ना बरहम क्यों कहा ना था मैंने, लोग रूठ जाते हैं आईना दिखाने से। लोकां दे ऐब, लोकां दे नुक्स सानू बहुत याद रहिंदे ने, असीं बहुत कढदे हां, दिन भर चर्चावां हुंदियां रहिंदियां ने, पर अपने सारे नुक्स आपां भुल जाने आ। जे कोई आईना सानू दिखा देवे, आईने ने उही दिखाना है जो कुछ हुंदा है, ते फिर असीं नाराज हो जाने आ। ते भरावो ते भैनों, सब तो बड़ी चीज इंसानियत की खिदमत, आपसी प्यार मुहब्बत, अमन और शांति और एक दूसरे दे दुख दर्द दे विच शरीक होना, ये वो खूबियां ने जिहड़ियां हर इंसान नूं अपने अंदर पैदा करनियां चाहिदियां ने। तुझे अपने गम से मतलब, मुझे गम है दूसरों का, तुझे अपने गम से मतलब, मुझे गम है दूसरों का, तेरे सामने नशेमन अपना कर, तेरे सामने नशेमन मेरे सामने चमन है। पूरे पंजाब नूं, मलेरकोटले नूं आपां ने गुले गुलजार बनाना है। मिटा दे अपनी हस्ती को अगर कुछ मर्तबा चाहिए, मिटा दे अपनी हस्ती को अगर कुछ मर्तबा चाहे, कि दाना खाक में मिलकर गुले गुलजार होता है। बीज बना मिट्टी च रोल दे आ, फिर देखो कैसा पौधा निकलता है और उसनू किन्ने वधिया फुल फल लगते हैं। मिटा दे अपनी हस्ती को अगर कुछ मर्तबा चाहो, कि दाना खाक में मिलकर गुले गुलजार होता है। तो सानू अज दे इस मौके ते ये प्रण करना चाहिए है कि असी मलेरकोटले की इस धरती नूं आपसी प्यार मुहब्बत की धरती बनावांगे, समाज दे विच प्यार वंडांगे, नफरत नूं खत्म करांगे, सारे धर्मां दे विच, सारे जातियां दे विच प्यार मुहब्बत का पैगाम लेके जावांगे। मेरा पैगाम मुहब्बत है जहां तक पहुंचे, और इत्थे दे अमन और शांति दे माहौल नूं मजबूत करन लई एडमिनिस्ट्रेशन नाल ताउन करांगे, सहयोग करांगे। ये सानू प्रण करना चाहिए है। मलेरकोटला जिहड़ा पीरां फकीरां दी धरती है, जदों इत्थे दे नौजवानों नूं देखते हैं कि बहुत सारे नौजवान अपनी जिंदगियां नशे की नजर कर रहे हैं, बड़ी दिली तकलीफ हुंदी है, बहुत सदमा पहुंचता है। ते मैं इस ताल्लुक नाल मैडम साडे SSP साहिबा बैठे न, इन्हां नूं भी इस गल दी मैं बेनती करांगा कि मलेरकोटले दे विचों नशे दे खात्मे लई कोई ऐसा प्लान तैयार किया जाए कि जिस दे नाल नौजवानों की जिहड़ी नस्लकशी हो रही है, नौजवान जिहड़े अपनी जिंदगियां तबाह कर रहे हैं, उन्होंने बचाया जा सके और नशे का बिल्कुल खात्मा हो सके। और दूसरी चीज जो है पंजाब गवर्नमेंट की प्रायोरिटी, वो करप्शन है। असी करप्शन मुक्त पंजाब बनाना है, नशा मुक्त पंजाब बनाना है। करप्शन ने साडे मुल्क नूं, पंजाब नूं बिल्कुल खा लिया है। वो पंजाब जिहड़ा किसी समय हिंदुस्तान का 1 नंबर का सूबा हुंदा सी, अज 17वें नंबर ते चला गया है। समय समय दियां सरकारां ने गलत नीतियां बना के
ਜਾਂ ਆਪਣੇ ਨਫਸ ਨੂੰ ਭਰਨ ਲਈ, ਆਪਣੇ ਲਈ ਪ੍ਰਾਪਰਟੀਆਂ ਜਾਇਦਾਦਾਂ ਬਣਾਉਣ ਲਈ ਪਾਵਰ ਨੂੰ ਵਰਤਿਆ, ਪੰਜਾਬ ਨੂੰ ਲੁੱਟਿਆ। ਔਰ ਅੱਜ ਉੱਪਰ ਵਾਲੇ ਦੀ ਕਿਰਪਾ ਨਾਲ ਤੁਹਾਡੀ ਆਪਣੀ ਸਰਕਾਰ, ਆਮ ਆਦਮੀ ਪਾਰਟੀ ਦੀ ਸਰਕਾਰ ਵਜੂਦ ਵਿੱਚ ਆਈ ਹੈ, ਜਿਸ ਦਾ ਟੀਚਾ ਹੀ ਇਸ ਕਰਪਟ ਸਿਸਟਮ ਨੂੰ ਬਦਲਣਾ ਹੈ, ਇਸ ਨਿਜ਼ਾਮ ਨੂੰ ਚੇਂਜ ਕਰਨਾ ਹੈ। ਇਸ ਨਿਜ਼ਾਮ ਨੂੰ, ਕਰਪਟ ਸਿਸਟਮ ਨੂੰ, ਭ੍ਰਿਸ਼ਟ ਸਿਸਟਮ ਨੂੰ ਸਰਕਾਰ ਇਕੱਲਿਆਂ ਨਹੀਂ ਬਦਲ ਸਕਦੀ। ਇਹ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਜ਼ਰੂਰਤ ਹੈ। ਨਾ ਨਸ਼ਿਆਂ ਦਾ ਖਾਤਮਾ ਸਰਕਾਰ ਕਰ ਸਕਦੀ ਹੈ, ਇਹਦੇ ਲਈ ਵੀ ਤੁਹਾਨੂੰ ਸਾਰਿਆਂ ਨੂੰ ਸਹਿਯੋਗ ਦੇਣਾ ਹੋਏਗਾ। ਰਿਸ਼ਵਤਖੋਰੀ ਦੇ ਖਾਤਮੇ ਲਈ ਵੀ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ। ਔਰ ਬੇਰੁਜ਼ਗਾਰੀ ਨੂੰ ਵੀ ਅਸੀਂ ਖਤਮ ਕਰਨਾ ਹੈ, ਤਾਂ ਕਿ ਸਾਡੇ ਨੌਜਵਾਨ ਨਸ਼ਿਆਂ ਦਾ ਸ਼ਿਕਾਰ ਨਾ ਹੋਣ, ਡਿਪਰੈਸ਼ਨ ਦਾ ਸ਼ਿਕਾਰ ਹੋ ਕੇ ਫਿਰ ਉਹ ਨਸ਼ੇ ਕਰਦੇ ਨੇ। ਪੜ੍ਹੇ ਲਿਖੇ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਮਿਲਦਾ ਤੇ ਫਿਰ ਉਹ ਆਈਲੈਟਸ ਕਰਕੇ ਬਾਹਰ ਜਾਂਦੇ ਨੇ। ਪੰਜਾਬ ਦਾ ਜਿਹੜਾ ਦਿਮਾਗ ਹੈ ਉਹ ਬਾਹਰ ਨੂੰ ਜਾ ਰਿਹਾ ਹੈ। ਅਸੀਂ ਇਸ ਤੇ ਵੀ ਤਵੱਜੋ ਕਰਨੀ ਹੈ, ਇਸ ਨੂੰ ਵੀ ਅਸੀਂ ਠੀਕ ਕਰਨਾ ਹੈ। ਬੜੀਆਂ ਖਰਾਬੀਆਂ ਸਿਸਟਮ ਦੇ ਵਿੱਚ, ਉਹ ਸਾਰੀਆਂ ਨੂੰ ਅਸੀਂ ਠੀਕ ਕਰਨਾ ਹੈ। ਇਹਦੇ 'ਚ ਜਿੱਥੇ ਐਡਮਿਨਿਸਟ੍ਰੇਸ਼ਨ ਦਾ ਰੋਲ ਹੈ, ਉਸ ਦੇ ਨਾਲ ਨਾਲ ਸ਼ਹਿਰ ਦੇ ਇਲਾਕੇ ਦੇ ਸਾਰੇ ਪਤਵੰਤਿਆਂ ਦਾ ਵੀ ਅਹਿਮ ਰੋਲ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਮਹਿਸੂਸ ਕਰਨ, ਪਰ ਜਿੱਥੇ ਕਿਤੇ ਖਰਾਬੀ ਮਹਿਸੂਸ ਕਰਨ ਉਹ ਫੌਰਨ ਐਡਮਿਨਿਸਟ੍ਰੇਸ਼ਨ ਦੇ ਧਿਆਨ ਵਿੱਚ ਲਿਆਉਣ, ਤਾਂ ਕਿ ਉਸ ਨੂੰ ਦੂਰ ਕੀਤਾ ਜਾ ਸਕੇ। ਭੈਣੋ ਤੇ ਭਰਾਵੋ, ਜੀ ਤਾਂ ਕਰਦਾ ਸੀ ਕਿ ਤੁਹਾਡੇ ਨਾਲ ਵਿਸਥਾਰਪੂਰਵਕ ਗੱਲਾਂ ਕੀਤੀਆਂ ਜਾਂਦੀਆਂ, ਤਾਂ 1.5-2 ਘੰਟੇ ਤੱਕ ਬਾਅਦ ਤਾਂ ਮੇਰਾ ਇੰਜਨ ਭਖਦਾ ਹੈ। ਤੇ ਪਰ ਸਮੇਂ ਦੀ ਨਜ਼ਾਕਤ ਨੂੰ ਮੁੱਖ ਰੱਖ ਕੇ ਮੈਂ ਆਖਿਰ ਵਿੱਚ ਇੱਕ ਵਾਰ ਫੇਰ ਸਾਡੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ, ਮੈਮ ਡੀਸੀ ਸਾਹਿਬਾ ਦਾ ਖਾਸ ਤੌਰ ਤੇ ਔਰ ਐਸਐਸਪੀ ਸਾਹਿਬਾ ਦਾ ਬੜੇ ਅੱਛੇ ਢੰਗ ਨਾਲ ਸ਼ਹਿਰ ਨੂੰ ਔਰ ਇਲਾਕੇ ਨੂੰ ਟੈਕਲ ਕਰ ਰਹੇ ਨੇ। ਮੈਂ ਚਾਹਾਂਗਾ ਕਿ ਸ਼ਹਿਰ ਦੀ ਜਿਹੜੀ ਲੁੱਕ ਹੈ ਉਸ ਨੂੰ ਆਪਾਂ ਖੂਬਸੂਰਤ ਬਣਾਈਏ, ਔਰ ਜਿਹੜਾ ਵੀ ਕੰਮ ਕਰੀਏ ਉਹ ਪਲੈਨਡ ਵੇ ਨਾਲ ਹੋਵੇ, ਮਜ਼ਬੂਤ ਹੋਵੇ। ਤਾਂ ਮੈਨੂੰ ਕੱਲ ਡਾਕਟਰ ਸਾਹਿਬ ਤੋਂ ਮੈਂ ਹੋਮਿਓਪੈਥੀ ਦਵਾਈ ਲੈਤੀ, 3 ਸ਼ੀਸ਼ੀਆਂ ਦਿੱਤੀਆਂ, ਉਹ 2 ਦੇ ਢੱਕਣਾਂ ਤੇ ਏਕਾ ਬਣਾਤਾ, ਇੱਕ ਤੇ ਲਿਖਤਾ 5। ਮੈਂ ਕਿਹਾ ਜੀ ਇਹ ਕੀ ਕਹਿੰਦੇ, ਇਹ ਚੋਂ ਇੱਕ ਗੋਲੀ ਖਾਣੀ ਹੈ, ਇਹ ਚੋਂ 5 ਖਾਣੀਆਂ ਨੂੰ। ਮੈਂ ਤਾਂ ਜਿਵੇਂ ਸੜਕ ਬਣਾਉਣ ਲੱਗੇ ਮਸਾਲਾ ਪਾਉਂਦੇ ਨਾ ਜੀ, 5 ਇੱਕ ਬਜਰੀ, 5 ਰੇਤਾ ਤੇ 1 ਸੀਮੈਂਟ। ਤੇ ਆਪਾਂ ਜਿਹੜੀ ਰੇਸ਼ੋ ਹੈ ਵਧੀਆ ਰੱਖਣੀ ਹੈ, ਮਜ਼ਬੂਤ ਕੰਮ ਕਰਨਾ ਹੈ। ਮੇਰੇ ਵਾਈਫ ਬੈਠੇ ਜਦੋਂ ਕਾਉਂਸਲਰ ਸੀਗੇ, ਉਦੋਂ ਅਸੀਂ ਇੱਕ ਗਲੀ ਬਣਵਾਈ ਸੀ, 2001 ਦੀ ਗੱਲ ਹੈ, ਔਰ ਅੱਜ ਤੱਕ ਉਸੇ ਤਰ੍ਹਾਂ ਕਾਇਮ ਹੈ ਜੀ। 21 ਸਾਲ ਹੋ ਗਏ, ਕਿਉਂ? ਕੋਲੇ ਖੜ ਕੇ ਮਟੀਰੀਅਲ ਸਹੀ ਪਵਾਇਆ ਸੀ। ਤੇ ਇਹ ਸਰਕਾਰਾਂ ਜਿਹੜੀਆਂ ਚਲੀਆਂ ਗਈਆਂ ਉਹ ਕਮਿਸ਼ਨ ਦੀਆਂ ਸਰਕਾਰਾਂ ਸੀ। ਅਸੀਂ ਜਿਹੜੀ ਹੁਣ ਆਪਣੀ ਸਰਕਾਰ ਬਣੀ ਹੈ, ਇਹ ਮਿਸ਼ਨ ਦੀ ਸਰਕਾਰ ਹੈ। ਅਸੀਂ ਮਿਸ਼ਨਰੀ ਭਾਵਨਾ ਨਾਲ ਕੰਮ ਕਰਦੇ ਹਾਂ। ਸਾਡੇ ਇੱਕ ਤੜਪ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ। ਅਸੀਂ ਪੰਜਾਬ ਨੂੰ ਹੱਸਦਾ ਵਸਦਾ ਪੰਜਾਬ ਬਣਾਉਣਾ ਹੈ, ਪੰਜਾਬ ਨੂੰ 1 ਨੰਬਰ ਦਾ ਸੂਬਾ ਬਣਾਉਣਾ ਹੈ, ਔਰ ਇਹਦੇ ਲਈ ਤੁਹਾਡੇ ਸਾਰਿਆਂ ਦਾ ਸਹਿਯੋਗ ਚਾਹੀਦਾ ਹੈ। ਭੈਣੋ ਤੇ ਭਰਾਵੋ, ਇਹਦੇ ਵਿੱਚ ਕਿਸੇ ਵੀ ਕਿਸਮ ਦੀ ਕੋਈ ਕਿਸੇ ਨੂੰ ਪਰੇਸ਼ਾਨੀ ਮਹਿਸੂਸ ਹੋਵੇ, ਉਹ ਫੌਰਨ ਮਤਲਬ ਦਾ ਜ਼ਿਕਰ ਕਰੋ, ਮੈਨੂੰ ਦੱਸੋ ਕੋਈ ਦਿੱਕਤ ਹੈ, ਮੈਨੂੰ ਦੱਸੋ ਕੋਈ ਸੁਝਾਅ ਹੈ ਵਧੀਆ ਸ਼ਹਿਰ ਪ੍ਰਤੀ, ਤੇ ਉਹ ਸਾਡੇ ਧਿਆਨ 'ਚ ਲਿਆਵੋ। ਮੈਂ ਸੀਨੀਅਰ ਅਫਸਰਾਂ ਸਾਹਿਬਾਨ ਬੈਠੇ ਇਹਨਾਂ ਨਾਲ ਗੱਲ ਕਰਕੇ ਉਸ ਨੂੰ ਵਧੀਆ ਢੰਗ ਸਿਰ ਆਪਾਂ ਹੱਲ ਕਰੀਏ। ਮੈਨੂੰ ਉਮੀਦ ਹੈ ਕਿ ਸ਼ਹਿਰ ਦੇ ਸਾਰੇ ਮੁਅੱਜ਼ਜ਼ੀਨ ਆਪਣੀ ਆਪਣੀ ਜ਼ਿੰਮੇਵਾਰੀ ਨੂੰ ਮਹਿਸੂਸ ਕਰਨਗੇ ਔਰ ਸ਼ਹਿਰ ਦੀ ਤਰੱਕੀ ਲਈ, ਸ਼ਹਿਰ ਦੀ ਖੁਸ਼ਹਾਲੀ ਲਈ
ਸ਼ਹਿਰ ਦੇ ਭਲੇ ਲਈ, ਸ਼ਹਿਰ ਦੇ ਵਿੱਚ ਮੁਹੱਬਤ ਦੀਆਂ ਹਵਾਵਾਂ ਚਲਾਉਣ ਲਈ, ਸ਼ਹਿਰ ਦੀ ਫਜ਼ਾ ਨੂੰ ਖੁਸ਼ਗਵਾਰ ਬਣਾਉਣ ਲਈ, ਨਸ਼ੇ ਦੇ ਖਾਤਮੇ ਲਈ ਉਹ ਪੂਰਾ ਸਹਿਯੋਗ ਦੇਣਗੇ। ਇਹਨਾਂ ਸ਼ਬਦਾਂ ਨਾਲ ਤੁਹਾਡਾ ਇੱਕ ਵਾਰ ਸਾਰਿਆਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਕਰਦੇ ਹੋਏ ਤੁਹਾਡੇ ਤੋਂ ਆਗਿਆ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕੁਮ, ਨਮਸਕਾਰ। ਆਗੇ ਵੀ ਸਾਨੂੰ ਅਫਸਰ ਉਹ ਸਹਿਯੋਗ ਦੇਣ ਜਿਹੜੇ ਦੀ ਸਾਨੂੰ ਉਮੀਦ ਆ। ਜਿਨ੍ਹਾਂ ਉਮੀਦਾਂ ਦੇ ਨਾਲ ਲੋਕਾਂ ਨੇ ਵੋਟਾਂ ਪਾਈਆਂ ਨੇ, ਝਾੜੂ ਦੀ ਬਹੁਤ ਵੱਡੀ ਸਮਰਥਨ ਕਰਕੇ ਵੋਟ ਪਾਈ ਹੈ। ਮੈਡਮ ਜੀ, ਇਹ ਲੋਕਾਂ ਦੇ ਅੰਦਰਲੇ ਦਰਦ ਸੀ। ਮੈਂ ਵੋਟਾਂ ਨਹੀਂ ਗਿਣਦਾ, ਮੈਂ ਦਰਦ ਗਿਣਦਾ। 92 ਚ ਤਾਂ ਏਦਾਂ ਨਹੀਂ ਹੁੰਦੀਆਂ, ਏਦਾਂ ਪਾਰਟੀਆਂ ਕ੍ਰਾਈਸ ਨਹੀਂ ਹੋਇਆ ਕਰਦੀਆਂ 50-70 ਸਾਲਾਂ ਦੀਆਂ ਜਿਵੇਂ ਐਤਕੀ ਹੋਈਆਂ ਨੇ। ਇਹ ਵੀ ਇੱਕ ਪੋਲੀਟੀਕਲ ਇੱਕ ਜਿਹਨੂੰ ਆਪਾਂ ਮੰਨ ਲਈਏ ਵੀ ਸਫਾਇਆ ਦੀ ਕਿਵੇਂ ਪੁਰਾਣੀਆਂ ਪਾਰਟੀਆਂ ਇੱਥੋਂ ਲੋਕਾਂ ਨੇ ਵਿਦਾ ਕੀਤੀਆਂ ਨੇ। ਉਹ ਦਰਦ ਸੀ, ਉਹ ਲੋਕਾਂ ਦੇ ਅੰਦਰ ਲਿਆ ਪੀੜਾ ਸਨ। ਤੇ ਮੈਂ ਆਸ ਕਰੂੰ ਇੰਨਾ ਸਾਡੇ ਪੰਜਾਬ ਨੂੰ ਕਮਜ਼ੋਰ ਕਰ ਦਿੱਤਾ, ਇੰਨਾ ਪੰਜਾਬ ਆਰਥਿਕ ਤੌਰ ਤੇ ਸੱਭਿਆਚਾਰਕ ਤੌਰ ਤੇ। ਜਦੋਂ ਮੈਂ ਪਬਲਿਕ ਵਿੱਚ ਵੋਟਾਂ ਮੰਗੀ, ਮੈਨੂੰ ਉਹਨਾਂ ਦੇ ਉਦਾਸ ਚਿਹਰੇ, ਖਮੋਸ਼ ਆਵਾਜ਼ ਬਹੁਤ ਕੁਝ ਮੇਰੇ ਤੋਂ ਮੰਗਦੀ ਸੀ। ਤੇ ਮੈਂ ਉਸ ਟਾਈਮ ਵੀ ਸੋਚਦਾ ਸੀ ਯਾਰ ਇਹ ਵਿਚਾਰੇ ਦਾ ਮੈਂ ਭਲਾ ਕਰ ਸਕੂੰਗਾ ਕਿ ਨਹੀਂ, ਤੇ ਮੇਰੇ ਤੋਂ ਕਿੰਨੀ ਆਸਾਂ ਲੱਗਦੇ ਨੇ। ਮੈਂ ਯਤਨ ਕਰੂੰ ਆਪਣੇ ਵੱਲੋਂ, ਜਿੰਨਾ ਯਤਨ ਹੋ ਉਹਨਾਂ ਯਤਨ ਕਰੂੰਗਾ। ਤੇ ਕਿਉਂਕਿ ਟਾਈਮ ਦੀ ਬਹੁਤ ਘਾਟ ਆ, ਤੁਹਾਡੇ ਵਿੱਚ ਰਹਿ ਕੇ ਸਾਰੀ ਦਿਹਾੜੀ ਮੈਡਮ ਮੇਰਾ ਚਿਤਨੀ ਕਿ ਵੱਡੇ ਪ੍ਰੋਗਰਾਮ ਮੇਰੇ ਕੀਤੇ ਨੇ। ਮੈਂ ਬਹੁਤ ਕਲਾ ਨਾਲ ਜੁੜਿਆ ਹੋਇਆ। ਮੈਨੂੰ ਉਹ ਬੰਦੇ ਦਾ ਮੈਂ ਸਦਾਈ ਹੁੰਨਾ, ਚਾਹੇ ਉਹਦੇ ਵਿੱਚ ਨਾ ਚਾਹੇ ਜੁੱਤੀਆਂ ਬਣਾਉਣ ਦੀ ਕਲਾ ਹੋਵੇ, ਚਾਹੇ ਫਰਨੀਚਰ ਬਣਾਉਣ ਦੀ ਕਲਾ ਹੋਵੇ। ਕਲਾ ਪ੍ਰੇਮੀ, ਚਾਹੇ ਹਜ਼ਾਰਾਂ ਕਿਸਮ ਦੀਆਂ ਕਲਾ ਨੇ। ਜਦੋਂ ਕੋਈ ਬੰਦਾ ਕਲਾ ਪ੍ਰੇਮੀ ਹੁੰਦਾ ਉਹਦਾ ਸਨਮਾਨ ਕਰਨਾ ਹੁੰਦਾ, ਉਸ ਨੂੰ ਸਲੂਟ ਕਰਨਾ ਪੜਦਾ ਆਪਣਾ। ਤੇ ਆਪਾਂ ਮੈਡਮ ਜੀ, ਮੈਂ ਪਹਿਲਾਂ ਵੀ ਕਹਿ ਕੇ ਤੁਹਾਡੇ ਚੰਗੇ ਅਧਿਕਾਰੀ ਨੇ, ਉਹਨਾਂ ਨੂੰ ਦੱਸ ਦਿਓ ਵੀ ਐਮਐਲਏ ਸਾਹਿਬ ਦੋਨਾਂ ਨੇ ਇਹ ਗੱਲ ਕਹੀ ਆ। ਆਪਾਂ ਚੰਗੇ ਅਧਿਕਾਰੀਆਂ ਨੂੰ ਸਨਮਾਨ ਕਰਨਾ, ਉਹਨਾਂ ਦੇ ਲਿਸਟਾਂ ਤੋਂ ਹੁਣ ਤੋਂ ਮਹੀਨਾ 2 ਮਹੀਨੇ 3 ਮਹੀਨੇ ਉਹਨਾਂ ਦੀ ਲਈ ਜਾਣੀ ਰਿਪੋਰਟਿੰਗ। ਆਪਾਂ ਜਿਹੜੇ ਚੰਗੇ ਸ਼ਰੀਰ ਨੇ ਉਹਨਾਂ ਦਾ ਆਪਾਂ ਇੱਕ ਅਲੱਗ ਕਿਸਮ ਦਾ, ਜੇ ਮਿਲਿਆ ਕੋਟਲਾ ਸ਼ਬਦ ਹੈ ਨਾ ਤਾਂ ਉਹ ਵੱਡੇ ਛੋਟਾ ਜ਼ਿਲ੍ਹਾ ਤੇ ਵੱਡੇ ਜ਼ਿਲ੍ਹਿਆਂ ਨੂੰ ਵੱਡਾ ਨਾਮ ਕਮਾ ਕੇ ਦਿਖਾਵੇ। ਇੰਨਾ ਸ਼ਬਦ ਨਾਲ ਸਲੂਟ ਕਰਨਾ ਇਹ ਵਿਸ਼ੇਸ਼ ਤੌਰ ਤੇ ਸਾਹਮਣੇ ਸਾਹਿਬ ਨੂੰ ਤੇ ਸਾਡੇ ਮੈਡਮ ਸਾਹਿਬ, ਸਾਡੇ ਸਾਰੇ ਬਜ਼ੁਰਗ 110 ਸਾਲ ਦੇ ਅੰਦਰ ਵਿੱਚ ਬੈਠੇ ਨੇ। ਤੇ ਮੈਂ ਸਾਰਿਆਂ ਦਾ ਕੋਟ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ। ਬਹੁਤ ਬਹੁਤ ਸ਼ੁਕਰੀਆ।